ਪਿਆਰੇ ਵਿਦਿਆਰਥੀਓ 8ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਸਾਰਿਆਂ ਦਾ ਸਵਾਗਤ ਹੈ। ਤੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਤੇ ਪੰਜਾਬ ਸਰਕਾਰ ਦੇ ਦੁਆਰਾ ਮਿਸ਼ਨ 100% ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅਸੀਂ ਰਿਵੀਜ਼ਨ ਕਰ ਰਹੇ ਹਾਂ। ਤੇ ਵਿਦਿਆਰਥੀਓ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਤੁਹਾਨੂੰ ਫਾਈਨਲ ਐਗਜ਼ਾਮ ਲਈ ਜੋ ਪੇਪਰ ਪੈਟਰਨ ਆਉਣਾ ਹੈ ਉਸ ਬਾਰੇ ਜਾਣਕਾਰੀ ਹੋਣਾ। ਜਿਵੇਂ ਕਿ ਅਸੀਂ ਪਾਰਟ 1 ਵੀਡੀਓ ਦੇ ਵਿੱਚ ਸਾਰਾ ਸਿਲੇਬਸ ਦੇ ਬਾਰੇ ਜਾਣਕਾਰੀ ਹਾਸਿਲ ਕਰ ਰਹੀ ਹੈ ਕਿ ਕਿਵੇਂ ਸਾਨੂੰ ਕਿਸ ਚੈਪਟਰ ਦੇ ਵਿੱਚੋਂ ਕਿੰਨੇ ਮਾਰਕਸ ਦਾ ਪੇਪਰ ਆਉਣਾ ਹੈ, ਮਤਲਬ ਕਿ ਮਾਰਕਸ ਡਿਸਟ੍ਰੀਬਿਊਸ਼ਨ ਬਾਰੇ ਅਸੀਂ ਜਾਣਕਾਰੀ ਹਾਸਿਲ ਕਰ ਲਈ ਸੀ ਸਾਇੰਸ ਵਿਸ਼ੇ ਨਾਲ ਸੰਬੰਧਿਤ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ 70 ਨੰਬਰ ਦਾ ਤੁਹਾਡਾ ਪੇਪਰ ਹੋਏਗਾ, ਜਿਹਦੇ ਵਿੱਚੋਂ 20 ਨੰਬਰ ਫਰਦਰ ਪ੍ਰਯੋਗੀ ਪ੍ਰੀਖਿਆ ਦੇ ਹੈ ਤੇ 10 ਨੰਬਰ ਜਿਹੜੇ ਨੇ ਸੀਸੀ ਦੇ ਹੈ। ਥਿਊਰੀ ਨੰਬਰ 10 70 ਮਿਲਾ ਕੇ ਇਹ ਟੋਟਲ 100 ਮਾਰਕਸ ਦਾ ਪੇਪਰ ਜਿਹੜਾ ਹੈ ਉਹ ਹੋਣਾ ਹੈ। ਤੇ ਵਿਦਿਆਰਥੀਓ ਚੈਪਟਰ ਵਾਈਜ਼ ਡਿਸਟ੍ਰੀਬਿਊਸ਼ਨ ਤੁਹਾਨੂੰ ਪਤਾ ਲੱਗ ਹੀ ਗਈ ਹੈ। ਪਾਰਟ 1 ਦੇ ਵਿੱਚ ਅਸੀਂ MCQs ਕੀਤੇ ਸੀ, ਅਸੀਂ 35 MCQ ਕੀਤੇ ਸੀਗੇ। ਪਰ ਵਿਦਿਆਰਥੀਓ ਇੱਕ ਗੱਲ ਹੋਰ ਧਿਆਨ ਰੱਖਣਾ ਕਿ ਇਹ 35 ਦੇ 35 MCQ ਦੇ ਨਾਲ ਤੁਹਾਨੂੰ ਕੁਝ ਖਾਲੀ ਥਾਵਾਂ ਯਾਨੀ ਕਿ ਫਿਲ ਇਨ ਦੀ ਬਲੈਂਕਸ, ਠੀਕ ਹੈ, ਤੇ ਨਾਲ ਟਰੂ ਫਾਲਸ ਉਹ ਵੀ ਹੋ ਸਕਦੇ ਹਨ। ਤੋ ਇਹਨਾਂ ਦਾ ਵੀ ਧਿਆਨ ਰੱਖਣਾ ਹੈ। ਬਾਕੀ MCQ ਤਾਂ ਆਣੇ ਹੀ ਆਣੇ ਨੇ, ਟੋਟਲ ਇਹ 35 ਨੰਬਰ ਦੇ ਹੋਣੇ ਨੇ, ਠੀਕ ਹੈ। ਟੋਟਲ 35 ਮਾਰਕਸ ਦਾ ਜਿਹੜਾ ਪੇਪਰ ਹੈ ਉਹ 1 ਨੰਬਰ ਦੇ ਕੁਐਸਚਨਾਂ ਨਾਲ ਕਵਰ ਕਰੇਗਾ। ਤੋ ਵਿਦਿਆਰਥੀਓ ਅੱਜ ਅਸੀਂ 2 ਮਾਰਕਸ ਦੇ ਕੁਐਸਚਨ ਤੇ 3 ਮਾਰਕਸ ਵਾਲੇ ਜਿਹੜੇ ਕੁਐਸਚਨ ਹਨ ਉਹ ਡਿਸਕਸ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2 ਨੰਬਰ ਦੇ ਤੁਹਾਨੂੰ 10 ਕੁਐਸਚਨ ਜਿਹੜੇ ਆ ਪੁੱਛੇ ਜਾਣੇ ਹਨ, ਟੋਟਲ 20 ਨੰਬਰ ਦਾ ਪੇਪਰ ਹੋਏਗਾ। ਸਿਮਿਲਰਲੀ 30 ਮਾਰਕਸ ਦੇ ਜਿਹੜੇ ਨੇ ਉਹ 5 ਕੁਐਸਚਨ ਜਿਹੜੇ ਪੁੱਛਣੇ ਨੇ, ਤਾਂ ਟੋਟਲ ਜਿਹੜੇ ਨੇ 15 ਨੰਬਰ ਦਾ ਪੇਪਰ ਹੋਏਗਾ, ਠੀਕ ਹੈ। MCQ ਅਸੀਂ ਕਰ ਲਏ ਸੀਗੇ, ਓਕੇ। ਤੇ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਏਗਾ। ਅਗਰ ਕਿਸੇ ਵਿਦਿਆਰਥੀ ਦੇ ਰਹਿ ਗਏ ਨੇ, ਮਿਸ ਕਰ ਗਿਆ ਹੈ, ਤਾਂ ਵਿਦਿਆਰਥੀਓ ਇਹਦਾ ਪਹਿਲਾ ਪਾਰਟ ਵੀਡੀਓ ਦਾ ਦੇਖ ਲੈਣਾ, ਡਿਸਕ੍ਰਿਪਸ਼ਨ ਬਾਕਸ 'ਚ ਮੈਂ ਇਹਦਾ ਲਿੰਕ ਵੀ ਪਾ ਦੂੰਗਾ। ਤਾਂ ਆਈਏ ਬੱਚੋ ਅਸੀਂ ਨੈਕਸਟ ਜਿਹੜਾ ਭਾਗ ਐੜਾ ਹੈ ਉਹ ਕਰਦੇ ਹਾਂ, ਜਿਸ ਵਿੱਚ 2 ਅੰਕਾਂ ਦੇ ਪ੍ਰਸ਼ਨ ਜਿਹੜੇ ਆ ਹੋਣਗੇ। ਤਾਂ ਵਿਦਿਆਰਥੀਓ ਪਹਿਲਾ ਕੁਐਸਚਨ ਜਿਹੜਾ ਹੈ ਉਹ ਹੈ ਉਹਨਾਂ ਸੂਖਮ ਜੀਵਾਂ ਦੇ ਨਾਮ ਦੱਸੋ ਜੋ ਮਿੱਟੀ ਵਿੱਚੋਂ ਮਿੱਟੀ ਵਿੱਚੋਂ ਵਾਯੂਮੰਡਲ ਵਿਚਲੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੇ ਹਨ। ਤੇ ਵਿਦਿਆਰਥੀਓ ਸੂਖਮ ਜੀਵ ਜਿਵੇਂ ਕਿ ਰਾਈਜ਼ੋਬੀਅਮ ਬੈਕਟੀਰੀਆਸ ਯਾਨੀ ਕਿ ਜੀਵਾਣੂ, ਠੀਕ ਹੈ, ਰਾਈਜ਼ੋਬੀਅਮ ਬੈਕਟੀਰੀਆਸ ਤੇ ਬਲੂ ਗ੍ਰੀਨ ਐਲਗੀ ਯਾਨੀ ਕਿ ਨੀਲੇ ਹਰੇ ਸ਼ੈਵਾਲ, ਇਹ ਦੋਨੋਂ ਮੀਡੀਅਮ ਦੇ ਵਿੱਚ ਨੇ। ਪੰਜਾਬੀ ਮੀਡੀਅਮ ਵਿੱਚ ਵੀ ਹੈ ਕੁਐਸਚਨ ਤੇ ਇੰਗਲਿਸ਼ ਮੀਡੀਅਮ ਵਾਲੇ ਵਿਦਿਆਰਥੀਆਂ ਲਈ ਵੀ ਇਹ ਕੁਐਸਚਨ ਨੀਚੇ ਦਿੱਤਾ ਹੋਇਆ ਹੈ, ਠੀਕ ਹੈ। ਤੋ ਇਹ ਵਿਦਿਆਰਥੀਓ ਵਾਯੂਮੰਡਲੀ ਨਾਈਟ੍ਰੋਜਨ ਨੂੰ ਸਥਿਰੀਕਰਨ ਕਰਦੇ ਨੇ ਉਸਦਾ। ਤੇ ਮੈਂ ਲਾਸਟ ਕੁਐਸਚਨ ਪਿਛਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ਾਇਦ ਇਹ ਪੁੱਛਿਆ ਵੀ ਸੀਗਾ, ਤੁਹਾਨੂੰ ਦੱਸਿਆ ਵੀ ਸੀ ਕਿ ਵਾਯੂਮੰਡਲੀ ਨਾਈਟ੍ਰੋਜਨ ਨੂੰ ਫਿਕਸ ਕਰਨ ਵਾਲੇ ਬੈਕਟੀਰੀਆ ਜਿਹੜੇ ਨੇ ਰਾਈਜ਼ੋਬੀਅਮ ਨਾਮ ਦੇ ਹੁੰਦੇ ਨੇ, ਜੋ ਕਿ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਦੀਆਂ ਗੰਢਾਂ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਠੀਕ ਹੈ। ਤੋ ਇਹਨਾਂ ਨੂੰ ਇਹ ਵਿਦਿਆਰਥੀਓ ਬੈਕਟੀਰੀਆਸ ਨੇ ਰਾਈਜ਼ੋਬੀਅਮ ਬੈਕਟੀਰੀਆ ਤੇ ਨਾਲ ਬਲੂ ਗ੍ਰੀਨ ਐਲਗੀ ਯਾਨੀ ਕਿ ਨੀਲੇ ਹਰੇ ਸ਼ੈਵਾਲ, ਜੋ ਕਿ ਵਾਯੂਮੰਡਲੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੇ ਹਨ। ਅਗਲਾ ਕੁਐਸਚਨ ਹੈ ਕਿ ਤੁਸੀਂ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਦੇ ਬਰਤਨਾਂ ਵਿੱਚ ਰੱਖ ਸਕਦੇ ਹੋ, ਸਪਸ਼ਟ ਕਰੋ। ਵਿਦਿਆਰਥੀਓ ਇੰਗਲਿਸ਼ ਮੀਡੀਅਮ ਵਾਲੇ, ਕੈਨ ਯੂ ਸਟੋਰ ਲੈਮਨ ਪਿਕਲ ਇਨ ਐਲੂਮੀਨੀਅਮ ਯੂਟੈਂਸਿਲ, ਐਕਸਪਲੇਨ। तो ਵਿਦਿਆਰਥੀਓ ਦੇਖੋ ਇਸਦਾ ਆਨਸਰ ਆਏਗਾ ਕਿਉਂਕਿ ਲੈਮਨ ਯਾਨੀ ਕਿ ਨਿੰਬੂ ਕਿਉਂਕਿ ਖੱਟਾ ਹੁੰਦਾ ਹੈ, ਤਾਂ ਬੱਚੋ ਖੱਟੇ ਕੀ ਹੁੰਦੇ ਨੇ, ਇਹ ਬੱਚੋ ਤੇਜ਼ਾਬ ਹੁੰਦੇ ਨੇ, ਠੀਕ ਹੈ। ਖੱਟਾ ਕੀ ਹੁੰਦੀਆਂ ਨੇ, ਖੱਟੀਆਂ ਚੀਜ਼ਾਂ ਹੁੰਦੀਆਂ ਨੇ ਜੋ ਤੇਜ਼ਾਬੀ ਹੁੰਦੀਆਂ ਹਨ। ਤੇ ਤੇਜ਼ਾਬ ਬੱਚੋ ਧਾਤ ਦੇ ਨਾਲ, ਤੇਜ਼ਾਬ ਧਾਤ ਕੋਈ ਵੀ ਧਾਤ, ਇੱਥੇ ਬੱਚੋ ਐਲੂਮੀਨੀਅਮ ਹੈ, ਠੀਕ ਹੈ, ਜੋ ਕਿ ਤੇਜ਼ਾਬ ਦੇ ਨਾਲ ਰਿਐਕਟ ਕਰਨ ਤੋਂ ਬਾਅਦ ਜ਼ਹਿਰੀਲਾ ਪਦਾਰਥ ਬਣਾ ਦਿੰਦੀ ਹੈ, ਠੀਕ ਹੈ, ਯਾਨੀ ਕਿ ਉਹਨਾਂ ਨਾਲ ਕਿਰਿਆ ਕਰ ਦਿੰਦੀ ਹੈ, ਠੀਕ ਹੈ। ਤਾਂ ਤੇਜ਼ਾਬ ਐਲੂਮੀਨੀਅਮ ਨਾਲ ਕਿਰਿਆ ਕਰਨ ਤੋਂ ਬਾਅਦ ਇੱਕ ਜ਼ਹਿਰੀਲਾ ਪਦਾਰਥ ਬਣਾਉਂਦੇ ਹਨ ਜੋ ਭੋਜਨ ਵਿਸ਼ਕਸਤਾ ਵਾਲੇ ਅਤੇ ਸਿਹਤ ਵਿਰੋਧੀ ਹੁੰਦੇ ਹਨ। ਮੀਨਸ the aluminium react with a lemon to produce a poisonous chemicals which can cause the food poisoning and other health hazards, okay। तो ਇਹ ਕੁਐਸਚਨ ਦਾ ਆਨਸਰ ਜਿਹੜਾ ਹੈ ਇਹ ਆਣਾ ਹੈ ਕਿ ਅਸੀਂ ਨਿੰਬੂ ਦਾ ਅਚਾਰ ਜਿਹੜਾ ਹੈ ਉਹ ਐਲੂਮੀਨੀਅਮ ਦੇ ਬਰਤਨਾਂ ਦੇ ਵਿੱਚ ਸਟੋਰ ਕਰਕੇ ਨਹੀਂ ਰੱਖ ਸਕਦੇ। ਅਗਲਾ ਕੁਐਸਚਨ ਹੈ ਹੇਠਾਂ ਵਿਖਾਈ ਕਿਰਿਆ ਵਿੱਚ ਕੱਚ ਦੀ ਚਿਮਨੀ
ਬਲਦੀ ਮੋਮਬੱਤੀ ਤੇ ਰੱਖਣ ਤੇ ਲਾਟ ਕਿਉਂ ਕੰਬਦੀ ਹੈ? ਵਿਦਿਆਰਥੀਓ ਇਹ ਅਸੀਂ ਪ੍ਰੈਕਟੀਕਲ ਐਕਟੀਵਿਟੀਜ਼ ਦੇ ਵਿੱਚ ਕੀਤਾ ਹੋਇਆ ਹੈ, ਜਿਸ ਵਿੱਚ ਸਾਨੂੰ ਪਤਾ ਹੈ ਕਿ ਜਾਲਣ ਦੀਆਂ 3 ਸ਼ਰਤਾਂ ਹੁੰਦੀਆਂ ਹਨ। ਪਹਿਲਾ ਤੇ ਵਿਦਿਆਰਥੀਓ ਜਲਨਸ਼ੀਲ ਪਦਾਰਥ, ਦੂਸਰਾ ਸਾਨੂੰ ਪਤਾ ਹੈ ਕਿ ਆਕਸੀਜਨ, ਤੇ ਤੀਸਰਾ ਇਗਨੀਸ਼ਨ ਟੈਂਪਰੇਚਰ ਯਾਨੀ ਕਿ ਪ੍ਰਜਵਲਨ ਤਾਪਮਾਨ। ਇਹ MCQ 'ਚ ਵੀ ਕੁਐਸਚਨ ਆਇਆ ਸੀ। ਤੇ ਵਿਦਿਆਰਥੀਓ ਆਕਸੀਜਨ ਦੀ ਲੋੜ ਹੁੰਦੀ ਹੈ ਜਾਲਣ ਦੇ ਲਈ, ਪਰੰਤੂ ਜਲਦੀ ਹੋਈ ਮੋਮਬੱਤੀ ਨੂੰ ਕੱਚ ਦੀ ਚਿਮਨੀ ਨਾਲ ਢੱਕ ਦੇਣ ਤੇ ਹੋਇਆ ਕਿ ਉੱਥੇ ਆਕਸੀਜਨ ਦੀ ਮਾਤਰਾ ਵਿੱਚੋਂ ਘਟ ਜਾਵੇਗੀ, ਜਿਸ ਨਾਲ ਸਹੀ ਮਾਤਰਾ ਹੋਣ ਨਾ ਕਾਰਨ ਮੋਮਬੱਤੀ ਦੀ ਲਾਟ ਜਿਹੜੀ ਹੈ ਉਹ ਬੁਝਣ ਲੱਗਦੀ ਹੈ। ਪਹਿਲਾਂ ਫੜਫੜਾਵੇਗੀ, ਉਸ ਤੋਂ ਬਾਅਦ ਫਿਰ ਜਦੋਂ ਆਕਸੀਜਨ ਦੀ ਕਮੀ ਹੋਗੀ, ਬਿਲਕੁਲ ਹੀ ਕਮੀ ਹੋ ਗਈ, ਤਾਂ ਫਿਰ ਉਹ ਵਿੱਚੋਂ ਬੁਝ ਜਾਵੇਗੀ। ਸੋ ਵੀ ਨੋ that oxygen is necessary for burning, but when we put a glass jar on the burning candle, the amount of oxygen become less, the flame of candle extinguishes because of the shortage of oxygen. Okay, ਨੈਕਸਟ ਕੁਐਸਚਨ ਹੈ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਵਰਖਾ ਨੂੰ ਕਿਵੇਂ ਘਟਾਉਂਦੀ ਹੈ? Why does deforestation lead to the shortage of rain? ਤੋ ਜੰਗਲ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ, ਸਾਰੇ ਵਿਦਿਆਰਥੀਆਂ ਨੂੰ ਪਤਾ ਹੋਵੇਗਾ। ਫੋਰੈਸਟ ਆਰ ਹੈਲਪਫੁਲ ਇਨ ਬ੍ਰਿੰਗਿੰਗ ਰੇਨ। ਇਸ ਲਈ ਜੰਗਲ ਕੱਟਣ ਨਾਲ ਵਰਖਾ ਵਿੱਚ ਕਮੀ ਆਉਂਦੀ ਹੈ, ਜਿਸ ਕਾਰਨ ਕੁਦਰਤੀ ਆਫਤਾਂ ਆਉਣ ਦੀ ਸੰਭਾਵਨਾ ਵੱਧ ਜਾਂਦੀਆਂ ਹਨ। ਠੀਕ ਹੈ, ਸੋ ਦਿਸ ਫਰਦਰ ਬਿਕਮ ਦੀ ਕਾਜ਼ ਆਫ ਨੈਚੁਰਲ ਡਿਜ਼ਾਸਟਰ। ਸੋ ਵਿਦਿਆਰਥੀਓ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਰਖਾ ਦੇ ਵਿੱਚ ਕਮੀ ਇਸ ਕਰਕੇ ਆ ਜਾਂਦੀ ਹੈ ਕਿਉਂਕਿ ਕੁਦਰਤੀ ਆਫਤਾਂ ਆਉਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਹਨ। ਜੰਗਲ ਵਰਖਾ ਲਿਆਉਣ ਦੇ ਵਿੱਚ ਸਹਾਈ ਹੁੰਦੇ ਹਨ। ਅਗਲਾ ਕੁਐਸਚਨ ਸਾਡਾ ਹੈ, ਪੌਦਾ ਸੈੱਲ ਯਾਨੀ ਕਿ ਪਲਾਂਟ ਸੈੱਲ ਤੇ ਜੰਤੂ ਸੈੱਲ ਯਾਨੀ ਕਿ ਐਨੀਮਲ ਸੈੱਲ, ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਦੱਸਣੇ, ਕੋਈ ਦੋ ਡਿਫਰੈਂਸ। ਵਿਦਿਆਰਥੀਓ ਪੌਦਾ ਸੈੱਲ ਦੇ ਵਿੱਚ ਸੈੱਲ ਭਿੱਤੀ, ਜਿਸ ਨੂੰ ਅਸੀਂ ਕੀ ਆਖਦੇ ਹਾਂ? ਸੈੱਲ ਵਾਲ। ਠੀਕ ਹੈ, ਸੈੱਲ ਵਾਲ ਜਿਹੜੀ ਹੈ ਉਹ ਸੈਲੂਲੋਜ਼ ਤੋਂ ਬਣੀ ਹੁੰਦੀ ਹੈ। ਠੀਕ ਹੈ, ਇਟ ਇਜ਼ ਮੇਡ ਅਪ ਆਫ ਸੈਲੂਲੋਜ਼। ਤੇ ਜੰਤੂ ਸੈੱਲ ਦੇ ਵਿੱਚ ਬੱਚੋ ਸੈੱਲ ਭਿੱਤੀ ਨਹੀਂ ਹੁੰਦੀ। no such walls are present or no cellulose is present in animal cells। ਠੀਕ ਹੈ, ਉਸ ਤੋਂ ਬਾਅਦ ਵਿਦਿਆਰਥੀਓ ਪਲਾਂਟ ਸੈੱਲ ਦੇ ਵਿੱਚ ਤੁਹਾਨੂੰ ਪਤਾ ਹੈ ਕਲੋਰੋਪਲਾਸਟ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਹਰੇ ਵਰਨਕ ਆਖਦੇ ਹਾਂ, ਯਾਨੀ ਕਿ ਕਲੋਰੋਪਲਾਸਟ। ਠੀਕ ਹੈ, ਬਟ ਹਰੇ ਵਰਨਕ ਜਿਹੜੇ ਕਿ ਜੰਤੂ ਸੈੱਲ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੇ, ਦੇ ਡੂ ਨਾਟ ਪੋਜੈਸ ਦੀ chloroplast। okay, ਉਸ ਤੋਂ ਬਾਅਦ plant cells have thin cytoplasm and large vacuole। plant cell ਦੇ ਵਿੱਚ ਅਗਰ ਤੁਸੀਂ ਇਹਦੀ ਸਟਰਕਚਰ ਦੇਖੋ ਤਾਂ ਵਿੱਚੋਂ ਕੁਝ ਤੁਹਾਡੀ ਕਿਤਾਬ ਦੇ ਵਿੱਚ ਬਣਿਆ ਹੋਇਆ, ਇਹਦੇ ਵਿੱਚ ਭੋਜਨ ਰਸਦਾਨੀ ਜਿਹਨੂੰ ਕਿ ਅਸੀਂ ਵੈਕਿਊਲ ਕਹਿੰਦੇ ਆ, ਉਹ ਬਹੁਤ ਵੱਡਾ ਹੁੰਦਾ ਹੈ। ਠੀਕ ਹੈ, ਸੈਕੰਡਲੀ ਇਹਦੀ ਆਇਤਾਕਾਰ ਸ਼ੇਪ ਹੁੰਦੀ ਹੈ, ਇਹ ਵੀ ਤੁਸੀਂ ਲਿਖ ਸਕਦੇ ਹੋ। ਐਨੀਮਲ ਸੈੱਲ ਜਿਹੜਾ ਹੈ ਉਹ ਐਵਿਓਲ ਸ਼ੇਪ ਦਾ ਹੁੰਦਾ ਹੈ। ਠੀਕ ਹੈ, ਅੰਡਾਕਾਰ ਸ਼ੇਪ ਦਾ ਹੁੰਦਾ ਹੈ, ਤੇ ਇਹਦੇ ਵਿੱਚ ਵੈਕਿਊਲ ਦੀ ਜਿਹੜੀ ਐਨੀਮਲ ਸੈੱਲ ਦੇ ਵਿੱਚ ਸਾਈਟੋਪਲਾਜ਼ਮ ਜਿਹੜਾ ਹੈ ਉਹ ਥਿਕ ਹੁੰਦਾ ਹੈ ਵਿਦ ਨੋ ਵੈਕਿਊਲ। ਇਹਦੇ ਵਿੱਚ ਵੈਕਿਊਲ ਜਾਂ ਤਾਂ ਹੁੰਦੇ ਹੀ ਨਹੀਂ ਜਾਂ ਬਹੁਤ ਛੋਟੇ ਹੁੰਦੇ ਹਨ। ਓਕੇ, ਤੋ ਸੈੱਲ ਪਦਾਰਥ ਸੰਘਣਾ ਯਾਨੀ ਕਿ ਸਾਈਟੋਪਲਾਜ਼ਮ ਸੰਘਣਾ ਤੇ ਰਸਦਾਨੀ ਆਮ ਤੌਰ ਤੇ ਕੀ ਹੈ? ਮੌਜੂਦ ਨਹੀਂ ਹੁੰਦੀ। ਓਕੇ, ਅਗਲਾ ਕੁਐਸਚਨ ਹੈ, ਸਜੀਵਾਂ ਲਈ ਪ੍ਰਜਨਨ ਕਿਉਂ ਮਹੱਤਵਪੂਰਨ ਹੈ? ਵਿਦਿਆਰਥੀਓ ਸਜੀਵਾਂ ਮਤਲਬ ਕਿ ਆਰਗੈਨਿਜ਼ਮਸ ਦੇ ਵਿੱਚ ਰੀਪਰੋਡਕਸ਼ਨ, ਪ੍ਰਜਨਨ ਦਾ ਮਤਲਬ ਹੁੰਦਾ ਹੈ ਰੀਪਰੋਡਕਸ਼ਨ, ਆਪਣੇ ਵਰਗੇ ਸਿਮਿਲਰ ਆਰਗੈਨਿਜ਼ਮਸ ਨੂੰ ਰੀਪਰੋਡਿਊਸ ਕਰਨਾ, ਇਸ ਪ੍ਰੋਸੈਸ ਨੂੰ ਅਸੀਂ ਰੀਪਰੋਡਕਸ਼ਨ ਕਹਿੰਦੇ ਹਾਂ। ਤੋਂ ਵਿਦਿਆਰਥੀਓ ਇਸ ਨਾਲ ਇਹ ਜੀਵਾਂ ਵਿੱਚ ਯੋਗਤਾ ਹੈ ਕਿ ਇਸ ਦੁਆਰਾ ਉਹ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ। ਪ੍ਰਜਨਨ ਨਾਲ ਪ੍ਰਜਾਤੀ ਦਾ ਵਾਧਾ ਹੁੰਦਾ ਹੈ। ਠੀਕ ਹੈ, ਰੀਪਰੋਡਕਸ਼ਨ ਕੀ ਹੈ? ਪਾਪੂਲੇਸ਼ਨ ਇਨਕਰੀਜ਼ ਵਿੱਚ ਕਰਨ ਦੇ ਵਿੱਚ ਸਹਾਈ ਹੁੰਦੀ ਹੈ। ਇਹ ਜੈਵਿਕ ਪ੍ਰਕਿਰਿਆ ਉੱਤਰ ਜੀਵਤਾ ਤੇ ਲਗਾਤਾਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ। ਮੀਨਸ ਇਟ ਇਜ਼ ਐਨ ਇੰਪੋਰਟੈਂਟ ਬਾਇਓਲੋਜੀਕਲ ਪ੍ਰੋਸੈਸ ਫॉर ਐਗਜ਼ਿਸਟੈਂਸ ਐਂਡ continuity of species। okay, so it also involve the transmission of genetic material from the parent to offspring। ਯਾਨੀ ਕਿ ਇਸ ਨਾਲ ਅਨੁਵੰਸ਼ਿਕਤਾ ਅਤੇ ਹੋਰ ਗੁਣਾਂ ਦਾ ਅਗਲੀ ਪੀੜ੍ਹੀ ਵਿੱਚ ਸਥਾਨਾਂਤਰਨ ਵੀ ਹੁੰਦਾ ਹੈ। ਠੀਕ ਹੈ, ਅਗਲਾ ਵਿਦਿਆਰਥੀਓ ਕੁਐਸਚਨ ਹੈ, ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਅੱਜ ਕੱਲ ਹੁਣੀ FIFA ਵਰਲਡ ਕੱਪ ਜਿਹੜਾ ਹੈ
2022 ਹੋ ਕੇ ਹਟਿਆ, ਜਿਸ ਵਿੱਚ ਅਰਜਨਟੀਨਾ ਨੇ ਜਿੱਤ ਪ੍ਰਾਪਤ ਕੀਤੀ ਹੈ। ਤੇ ਉੱਥੇ ਵਿਦਿਆਰਥੀਓ ਜਿਹੜੇ ਖਿਡਾਰੀ ਹਨ ਉਹ ਜ਼ਿਆਦਾਤਰ ਕਿੱਲਾਂ ਵਾਲੀ ਜੁੱਤੀ ਜਿਹੜੀ ਹੈ ਯਾਨੀ ਕਿ ਸਪਾਈਕਸ ਪਹਿਨ ਕੇ ਫੁੱਟਬਾਲ ਖੇਲਦੇ ਹਨ, ਜਾਂ ਐਥਲੀਟ ਜਿਹੜੇ ਨੇ ਉਹ ਵੀ ਸਪਾਈਕਸ ਹੀ ਪਾਉਂਦੇ ਹਨ। ਉਹਦਾ ਕਾਰਨ ਕੀ ਹੁੰਦਾ ਹੈ, ਕਿਉਂਕਿ ਇਸ ਨਾਲ ਕਿੱਲਾਂ ਵਾਲੀ ਜੁੱਤੀਆਂ ਨਾਲ ਫਰਸ਼ ਤੇ ਪਕੜ ਜਾਂ ਮਿੱਟੀ ਦੇ ਵਿੱਚ ਪਕੜ ਜਿਹੜੀ ਆ ਮਜ਼ਬੂਤ ਹੁੰਦੀ ਹੈ ਤੇ ਉਹ ਤਿਲਕਣ ਤੋਂ ਉਹਨਾਂ ਨੂੰ ਬਚਾਉਂਦੀ ਹੈ। ਇਸ ਲਈ ਖਿਡਾਰੀ ਕਿੱਲਾਂ ਵਾਲੀ ਜੁੱਤੀ ਪਾਉਂਦੇ ਹਨ। ਸਪੋਰਟਸਮੈਨ use shoes with spikes to get a better grip on the floor। ਠੀਕ ਹੈ, ਤੋ ਵਿਦਿਆਰਥੀਓ ਨੈਕਸਟ ਸਾਡਾ ਕੁਐਸਚਨ ਹੋਏਗਾ 9ਵਾਂ। ਅੱਗ ਲੱਗਣ ਸਮੇਂ ਫਾਇਰਮੈਨ ਪਾਣੀ ਦੇ ਹੌਜ਼ ਯਾਨੀ ਕਿ ਪਾਈਪਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਖੇਤਰ ਦੀ ਮੁੱਖ ਬਿਜਲੀ ਸਪਲਾਈ ਬੰਦ ਕਰ ਦਿੰਦੇ ਹਨ। ਵਿਦਿਆਰਥੀਓ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ ਕਿ ਸ਼ੁੱਧ ਪਾਣੀ, ਪਹਿਲੀ ਤਾਂ ਗੱਲ ਇਹ ਯਾਦ ਰੱਖਣਾ, ਜਿਹੜਾ ਸ਼ੁੱਧ ਪਾਣੀ ਹੈ, ਸ਼ੁੱਧ ਪਾਣੀ ਯਾਨੀ ਕਿ ਵਾਟਰ, ਉਹ ਬਿਜਲੀ ਦਾ ਚਾਲਕ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਆਇਨਸ ਦੇ ਵਿੱਚ ਟੁੱਟਦਾ ਨਹੀਂ ਹੈ। ਲੇਕਿਨ ਜਿਹੜਾ ਸਾਡਾ ਟੂਟੀਆਂ ਦਾ ਪਾਣੀ ਹੈ ਜਾਂ ਹੌਸ ਪਾਈਪ ਤੋਂ ਜਿਹੜਾ ਪਾਣੀ ਨਿਕਲਣਾ ਹੈ ਉਹ ਵਿੱਚੋਂ ਅਸ਼ੁੱਧ ਹੋ ਸਕਦਾ ਹੈ। ਇਸ ਕਰਕੇ ਉਹ ਕੀ ਹੈ, ਅਸ਼ੁੱਧੀਆਂ ਘੁਲੀਆਂ ਹੋਣ ਕਾਰਨ ਉਹ ਆਪਣੇ ਆਇਨਸ ਵਿੱਚ ਟੁੱਟ ਜਾਏਗਾ। ਜਿਹੜਾ ਪਾਣੀ ਆਪਣੇ ਆਇਨਸ ਵਿੱਚ ਜਾਂ ਕੋਈ ਵੀ ਸਬਸਟਾਂਸ ਜਿਹੜਾ ਆਪਣੇ ਆਇਨਸ ਦੇ ਵਿੱਚ ਟੁੱਟ ਜਾਂਦਾ ਹੈ, ਯਾਨੀ ਕਿ ਕਟਾਇਨ ਤੇ ਅਨਾਇਨ ਦੇ ਵਿੱਚ ਟੁੱਟ ਜਾਂਦਾ ਹੈ, ਵਿਦਿਆਰਥੀਓ ਉਹ ਫਿਰ ਇਲੈਕਟ੍ਰਿਸਿਟੀ ਕੰਡਕਟ ਕਰਦਾ ਹੈ। ਇਸੇ ਕਰਕੇ ਬੱਚੋ ਇੱਥੇ ਕੀ ਹੈ, ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ, ਪਰੰਤੂ ਨਲ ਦਾ ਪਾਣੀ ਅਸ਼ੁੱਧੀਆਂ ਦੀ ਉਪਸਥਿਤੀ ਕਾਰਨ ਬਿਜਲੀ ਦਾ ਚਾਲਕ ਹੈ। ਬਿਜਲੀ ਦੇ ਝਟਕੇ ਨੂੰ ਬਚਾਉਣ ਲਈ ਫਾਇਰਮੈਨ ਪਾਣੀ ਦੇ ਪਾਈਪਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮੁੱਖ ਬਿਜਲੀ ਸਪਲਾਈ ਨੂੰ ਬੰਦ ਕਰ ਦਿੰਦੇ ਹਨ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਪਰਾਵਰਤਨ ਦੇ ਨਿਯਮ ਦੱਸੋ। ਬੱਚੋ ਪਰਾਵਰਤਨ ਕੀ ਹੁੰਦਾ ਹੈ, ਜਦੋਂ ਪ੍ਰਕਾਸ਼ ਕਿਸੇ ਵੀ ਸਤ੍ਹਾ ਦੇ ਉੱਪਰ ਯਾਨੀ ਕਿ ਰਿਫਲੈਕਟਰ ਦੇ ਉੱਪਰ ਪੈਂਦਾ ਹੈ ਤਾਂ ਉਹ ਪ੍ਰਕਾਸ਼ ਉਸੇ ਹੀ ਮਾਧਿਅਮ ਦੇ ਵਿੱਚ ਦੁਬਾਰਾ ਮੁੜ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਅਸੀਂ ਬੱਚੋ ਰਿਫਲੈਕਸ਼ਨ ਕਹਿੰਦੇ ਹਾਂ। ਇਸ ਪ੍ਰੋਸੈਸ ਨੂੰ ਅਸੀਂ ਰਿਫਲੈਕਸ਼ਨ ਕਹਿੰਦੇ ਹਾਂ, ਜਿਹਦੇ ਵਿੱਚ ਅਭਿਲੰਬ ਯਾਨੀ ਕਿ ਨਾਰਮਲ ਦੇ ਨਾਲ ਜਿਹੜੀ ਕਿ ਇੰਸੀਡੈਂਟ ਰੇ ਐਂਗਲ ਬਣਾਉਂਦੀ ਹੈ ਉਹਨੂੰ ਅਸੀਂ ਐਂਗਲ ਆਫ ਇੰਸੀਡੈਂਸ ਯਾਨੀ ਕਿ ਆਪਤਨ ਕੋਣ ਆਖਦੇ ਹਾਂ, ਤੇ ਜਿਹੜਾ ਨਾਰਮਲ ਦੇ ਨਾਲ ਰਿਫਲੈਕਟਡ ਰੇ ਐਂਗਲ ਬਣਾਉਂਦੀ ਹੈ ਉਹਨੂੰ ਬੱਚੋ ਐਂਗਲ ਬਣਾਉਂਦੀ ਹੈ ਉਹਨੂੰ ਅਸੀਂ ਐਂਗਲ ਆਫ ਰਿਫਲੈਕਸ਼ਨ ਯਾਨੀ ਕਿ ਪਰਾਵਰਤਨ ਕੋਣ, ਪਰਾਵਰਤਿਤ ਕੋਣ ਆਖਦੇ ਹਾਂ। ਇਹ ਵਿਦਿਆਰਥੀਓ ਐਂਗਲ ਦੋਵੇਂ ਬਰਾਬਰ ਹੁੰਦੇ ਹਨ ਤੇ ਇੱਥੇ ਇੰਸੀਡੈਂਟ ਰੇ ਯਾਨੀ ਕਿ ਆਪਾਤੀ ਕਿਰਨ, ਰਿਫਲੈਕਟਿਡ ਰੇ ਯਾਨੀ ਕਿ ਪਰਾਵਰਤਿਤ ਕਿਰਨ, ਨਾਰਮਲ ਯਾਨੀ ਕਿ ਅਭਿਲੰਬ, ਇਹ ਸਾਰੇ ਵਿਦਿਆਰਥੀਓ ਇੱਕੋ ਹੀ ਤਲ ਵਿੱਚ ਹੁੰਦੇ ਹਨ। ਇਹ ਇਹਦਾ ਦੂਸਰਾ ਲਾਅ ਹੈ, ਵੈਰੀ ਇੰਪੋਰਟੈਂਟ, ਇਹਨੂੰ ਬੱਚੋ ਸਾਰੇ ਵਿਦਿਆਰਥੀਆਂ ਨੇ ਜ਼ਰੂਰ ਕਰਨਾ ਹੈ। ਅਗਲਾ ਕੁਐਸਚਨ ਹੈ, ਵਿਅਕਤੀਗਤ ਪੱਧਰ ਤੇ ਤੁਸੀਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕਿਵੇਂ ਸਹਾਇਤਾ ਕਰੋਗੇ। ਵਿਦਿਆਰਥੀਓ ਇਹਦੇ ਵਿੱਚ ਤਾਂ ਇਹ ਸਾਡੇ ਜਨਰਲ ਸਾਡੇ ਇਹ ਕੁਐਸਚਨ ਸਾਡਾ ਇਹ ਸਿਰਫ ਕੁਐਸਚਨ ਯਾਦ ਕਰਨਾ ਹੀ ਨਹੀਂ ਹੈ, ਇੱਥੇ ਬੱਚੋ ਸਾਡਾ ਫਰਜ਼ ਹੈ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਨਿਭਾਈਏ ਵੀ। ਵਾਹਨਾਂ ਦੀ ਵਰਤੋਂ ਘੱਟ ਕਰਕੇ, ਉਸਦੀ ਚੰਗੀ ਤਰ੍ਹਾਂ ਦੇਖ ਰੇਖ ਕਰਕੇ, ਡੀਜ਼ਲ ਜਾਂ ਸੀਸਾ ਰਹਿਤ ਪੈਟਰੋਲ ਦੀ ਵਰਤੋਂ ਕਰਕੇ, ਉਸ ਤੋਂ ਬਾਅਦ ਸੀਸਾ ਮਤਲਬ ਕਿ ਵਿੱਚੋਂ ਅਨਲੈਡਡ ਪੈਟਰੋਲ ਹੁੰਦਾ ਹੈ। ਠੀਕ ਹੈ, ਤੋ ਮਸਟ ਬੀ ਯੂਜ਼ਡ। ਅੱਗੇ ਪੱਤਿਆਂ ਟਾਇਰਾਂ ਦੇ ਆਦਿ ਦੇ ਜਲਾਉਣ ਤੇ ਰੋਕ ਲਗਾ ਕੇ, ਉਸ ਤੋਂ ਬਾਅਦ ਘਰਾਂ ਦੇ ਨੇੜੇ ਦਰਖਤ ਪੌਦੇ ਉਗਾ ਕੇ, ਜਲ ਪਰਿਵਹਨ ਦੀ ਵਰਤੋਂ ਕਰਕੇ। ਠੀਕ ਹੈ, ਤੋ ਜਨ ਪਰਿਵਹਨ ਦੀ ਵਰਤੋਂ ਕਰਕੇ ਮਤਲਬ ਕਿ ਯੂਜ਼ ਆਫ ਪਬਲਿਕ ਟਰਾਂਸਪੋਰਟਸ, ਜਿਹੜੀਆਂ ਪਬਲਿਕ ਟਰਾਂਸਪੋਰਟਸ ਹੁੰਦੀਆਂ ਨੇ ਉਹਨਾਂ ਦਾ ਉਪਯੋਗ ਕਰਕੇ, ਤਾਂ ਕਿ ਉਹਦੇ ਵਿੱਚ ਵੱਧ ਤੋਂ ਵੱਧ ਇੱਕੋ ਟਾਈਮ ਤੇ ਅਗਰ ਵਿਅਕਤੀਆਂ ਨੇ ਇੱਕ ਜਗ੍ਹਾ ਪਹੁੰਚਣਾ ਹੈ ਤਾਂ ਉਹ ਯੂਜ਼ ਕਰਕੇ ਅਸੀਂ ਪ੍ਰਦੂਸ਼ਣ ਦੀ ਮਾਤਰਾ ਨੂੰ ਜਿਹੜੀ ਹੈ ਏਅਰ ਪੋਲਿਊਸ਼ਨ ਨੂੰ ਘਟਾ ਸਕਦੇ ਹਾਂ। ਅਗਲਾ ਬੱਚੋ ਹੁਣ 3 ਮਾਰਕਸ ਦੇ ਕੁਐਸਚਨ ਆ ਗਏ ਨੇ। ਇਹਦੇ ਵਿੱਚ ਰਸਾਇਣਿਕ ਖਾਦਾਂ ਤੇ ਰੂੜੀ ਖਾਦਾਂ ਵਿੱਚ ਅੰਤਰ ਹੈ। ਰਸਾਇਣਿਕ ਖਾਦਾਂ ਤੁਹਾਨੂੰ ਪਤਾ ਅਕਾਰਬਨਿਕ ਲੂਣ ਹੁੰਦੇ ਹਨ, ਇਹ ਕਾਰਬਨਿਕ ਪਦਾਰਥ ਹੁੰਦੇ ਹਨ। ਇਹ ਫੈਕਟਰੀਆਂ ਦੀ ਉਪਜ ਵਿੱਚ ਹੁੰਦਾ ਹੈ। ਇਹ ਗੋਬਰ ਅਤੇ ਅਪਸ਼ਿਸ਼ਟ ਦੇ ਅਪਘਟਨ ਤੋਂ ਬਣਾਇਆ ਜਾਂਦਾ ਹੈ। ਇਸ ਨਾਲ ਮਿੱਟੀ ਵਿੱਚ ਮੱਲੜ ਦਾ ਵਾਧਾ ਨਹੀਂ ਹੁੰਦਾ। ਬੱਚੋ ਰੂੜੀ ਖਾਦਾਂ ਦੇ ਨਾਲ ਮੱਲੜ ਦਾ ਵਾਧਾ ਜਿਹੜਾ ਹੁੰਦਾ ਹੈ। ਠੀਕ ਹੈ, ਪੌਸ਼ਿਕ ਤੱਤ ਇਹਨਾਂ ਵਿੱਚ ਵੱਡੀ ਮਾਤਰਾ ਵਿੱਚ ਹੁੰਦੇ ਹਨ, ਪਰ ਇਹਨਾਂ ਵਿੱਚ ਪੌਸ਼ਿਕ ਤੱਤਾਂ ਦੀ ਥੋੜੀ ਕਮੀ ਹੁੰਦੀ ਹੈ। ਤੋ ਇਹੀ ਇੰਗਲਿਸ਼ ਮੀਡੀਅਮ ਦੇ ਵਿੱਚ ਇਟ ਇਜ਼ ਅ ਮਿਕਸਚਰ ਆਫ ਕੈਮੀਕਲ ਕੰਪਾਊਂਡਸ ਵਿਚ ਆਰ ਰਿਚ ਇਨ ਨਾਈਟ੍ਰੋਜਨ, ਫਾਸਫੋਰਸ, potassium and manufacturing factories. These are the organic substances prepared from the decomposition of plant and animal wastage. Chemical fertilizers are the nutrients specifically nitrogen and phosphates.
ओके ਇਹਦੇ ਵਿੱਚ ਵਿਦਿਆਰਥੀਓ they contain a mixture of various nutrients recycled from the biomass and wastage. Okay, they are in concentrated form, they are not in concentrated form, they can be easily stored or transported, they are not easy to store or transport. They are harmful if used in excess, they are never harmful to the soils. Okay, ਨੈਕਸਟ ਬੱਚੋ ਕੁਐਸਚਨ ਹੈ ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਪਲਾਸਟਿਕ ਦੇ ਵਿੱਚ ਫਰਕ ਦੱਸਣਾ। ਬੱਚੋ PVC ਦਾ ਨਾਮ ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਸਮਝਾ ਦਿੰਦਾ। PVC ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ। PVC ਜੋ ਕਿ ਸਾਡੀਆਂ ਪਾਈਪਸ ਹੁੰਦੀਆਂ ਨੇ ਜਾਂ ਇਹਨੂੰ ਪੋਲੀਵਿਨਾਈਲ ਕਲੋਰਾਈਡ ਇਹਦਾ ਪੂਰਾ ਨਾਮ ਹੈ, ਠੀਕ ਹੈ। ਇਹ ਤੁਸੀਂ ਸੁਣਿਆ ਹੋਏਗਾ। ਇਹਦੀ ਪੋਲੀਥੀਨ, ਇਹਨਾਂ ਨੂੰ ਵਿੱਚੋਂ ਰੀਸਾਈਕਲ ਕੀਤਾ ਜਾ ਸਕਦਾ ਹੈ। ਮਤਲਬ ਕਿ ਜੇਕਰ ਤੁਸੀਂ ਦੇਖੋ ਥਰਮੋ ਦਾ ਮਤਲਬ ਹੁੰਦਾ ਹੀਟ, ਪਹਿਲੀ ਗੱਲ ਯਾਦ ਰੱਖਿਓ ਥਰਮੋ ਇੰਗਲਿਸ਼ ਵਰਡ ਹੈ, ਥਰਮੋ ਦਾ ਮਤਲਬ ਹੁੰਦਾ ਹੀਟ, प्लास्टिक का मतलब पॉलीमर आ गया, ठीक है। प्लास्टिक्स तो इहदा मतलब ਜਿਹੜੇ ਸਬਸਟੈਂਸਿਸ ਨੂੰ ਜਿਹੜੇ ਪਲਾਸਟਿਕਸ ਨੂੰ ਆਪਾਂ ਹੀਟ ਕਰਨ ਤੇ ਉਹਨਾਂ ਨੂੰ ਰੀਮੋਲਡ ਕਰ ਸਕਦੇ ਹਾਂ, ਕਿਸੇ ਹੋਰ ਵਰਤੋਂ ਵਿੱਚ ਲਿਆ ਸਕਦੇ ਹਾਂ, ਉਹ ਸਾਰੇ ਥਰਮੋਪਲਾਸਟਿਕ ਹਨ। ਤੇ ਥਰਮੋਸੈਟਿੰਗ मतलब कि ਜਿਹੜੇ ਹੀਟ ਦੇ ਨਾਲ ਹੀਟ ਅਪ ਕਰਕੇ ਇੱਕ ਵਾਰ ਜਿਨ੍ਹਾਂ ਦੀ ਸੈਟਿੰਗ ਹੋ ਗਈ ਫਿਰ ਦੁਬਾਰਾ ਉਹਨਾਂ ਨੂੰ ਫਿਰ ਤੋੜਿਆ ਜਾਊਗਾ, ਉਹਨਾਂ ਨੂੰ ਦੁਬਾਰਾ ਵਰਤੋਂ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ, ਠੀਕ ਹੈ। ਤੋ ਇਸ ਨੂੰ ਗਰਮ ਕਰਨ ਤੇ ਇੱਕ ਵਾਰ ਹੀ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ। ਤੋ ਇਹ ਗਰਮ ਕਰਨ ਤੇ ਇਸ ਨੂੰ ਕਿਸੇ ਵੀ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ। ਤੋ ਵਿਦਿਆਰਥੀਓ ਦੋਨਾਂ ਦੇ ਵਿੱਚ ਡਿਫਰੈਂਸ ਹਨ। ਇੰਗਲਿਸ਼ ਮੀਡੀਅਮ ਵਾਲੇ ਵਿਦਿਆਰਥੀ they can bend easily, they cannot be bent but breaks on heating, it get deformed, heating has no effect on it, it can be used again and again, it cannot be reused, it can be molded into various shapes on heating, for example polythene और PVC। ਇਹਦੇ ਵਿੱਚ एग्जाम्पल ਬੱਚੋ बेकेलाइट ਦੀ याद रखना है। बेकेलाइट ਤੁਸੀਂ ਆਮ ਦੇਖਿਆ ਹੋਏਗਾ ਜਿਵੇਂ ਕਿ ਸਾਡੇ ਕੁੱਕਰਾਂ ਦੇ ਹੈਂਡਲ ਹੁੰਦੇ ਹਨ, ਫਿਰ ਉਸ ਤੋਂ ਬਾਅਦ ਬਲੈਕ ਕਲਰ ਦੇ, ਤੇ ਉਸ ਤੋਂ ਬਾਅਦ ਬਿਜਲੀ ਦੇ ਕੁਚਾਲਕ ਵੀ ਹੁੰਦੇ ਹਨ ਇਹ, ਠੀਕ ਹੈ। ਫਿਰ ਉਸ ਤੋਂ ਬਾਅਦ ਜਿੰਨੇ ਵੀ ਇਲੈਕਟ੍ਰੀਕਲ ਸਵਿਚਿਸ ਹੈਗੇ ਨੇ ਉਹ ਵੀ ਬੇਕੇਲਾਈਟ ਫਾਰਮ ਦੇ ਹੁੰਦੇ ਹਨ, ਠੀਕ ਹੈ। ਅਗਲਾ ਕੁਐਸਚਨ ਹੈ CNG ਅਤੇ LPG ਦੇ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ। ਬੱਚੋ CNG ਕੰਪਰੈਸਡ ਨੈਚੁਰਲ ਗੈਸ ਜੋ ਕਿ ਮੀਥੇਨ ਗੈਸ ਹੀ ਹੈ, ਇਹਦੇ ਨਾਲ ਪ੍ਰਦੂਸ਼ਣ ਬਹੁਤ ਘੱਟ ਹੁੰਦਾ ਹੈ। ਡੂ ਨਾਟ ਕਾਜ਼ ਐਨੀ ਪੋਲਿਊਸ਼ਨ, ਠੀਕ ਹੈ। ਇਟ ਇਜ਼ ਯੂਜ਼ਡ ਇਨ ਦੀ ਫਿਊਲ ਐਜ਼ ਏ ਫਿਊਲ ਇਨ ਟਰਾਂਸਪੋਰਟ ਵਹੀਕਲਸ, ਇਹਨਾਂ ਨੂੰ ਆਪਾਂ ਪਰਿਵਹਿਨ ਵਾਹਨਾਂ ਦੇ ਵਿੱਚ ਬਾਲਣ ਦੇ ਰੂਪ ਵਿੱਚ ਯੂਜ਼ ਕਰ ਸਕਦੇ ਹਾਂ। ਸਿਮਿਲਰਲੀ LPG ਹੁੰਦੀ ਹੈ ਲਿਕੁਇਫਾਈਡ ਪੈਟਰੋਲੀਅਮ ਗੈਸ, ਇੱਕ ਬਾਲਣ ਵਧੀਆ ਬਾਲਣ ਮੰਨਿਆ ਗਿਆ ਹੈ ਕਿਉਂਕਿ ਇਹਦੀ ਕਲੋਰੀਫਿਕ ਮਾਨ ਜਿਹੜਾ ਹੈ ਉਹ 50 ਕਿਲੋ ਜਾਊਲ ਪਰ ਗ੍ਰਾਮ ਹੁੰਦਾ ਹੈ, ਯਾਨੀ ਕਿ 1 ਗ੍ਰਾਮ LPG ਜਲਣ ਤੇ 50 ਕਿਲੋ ਜਾਊਲ ਹੀਟ ਜਿਹੜੀ ਆ ਉਹ ਪ੍ਰੋਡਿਊਸ ਹੁੰਦੀ ਹੈ। ਇਹਨਾਂ ਧੂਆਂ ਨਹੀਂ ਹੁੰਦਾ ਵਿੱਚੋਂ, ਪ੍ਰਦੂਸ਼ਣ ਨਹੀਂ ਫੈਲਾਉਂਦੀ, ਇਹਦੀ ਸਾਂਭ ਸੰਭਾਲ ਤੇ ਰੱਖ ਰਖਾਓ ਜਿਹੜਾ ਆ ਉਹ ਸੌਖਾ ਹੈ। ਇਸ ਦਾ ਦਹਨ ਪੂਰਨ ਹੁੰਦਾ ਹੈ, ਦਹਨ ਮਤਲਬ ਕਿ ਪੂਰੀ ਤਰ੍ਹਾਂ ਇਹ ਕੰਪਲੀਟ ਕੰਬਸਸ਼ਨ ਇਹਦੀ ਹੁੰਦੀ ਹੈ, ਠੀਕ ਹੈ। ਤੇ ਜਾਲਣ ਤੇ ਜ਼ਹਿਰੀਲੀਆਂ ਗੈਸਾਂ ਵੀ ਇੱਥੇ ਪੈਦਾ ਨਹੀਂ ਹੁੰਦੀਆਂ, ਇੱਕ ਸਾਫ਼ ਬਾਲਣ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ, ਠੀਕ ਹੈ। ਅਸੀਂ ਵਰਤਦੇ ਵੀ ਹਾਂ। ਤੋ ਇਹ ਇਹਦਾ ਇੰਗਲਿਸ਼ ਮੀਡੀਅਮ ਦੇ ਵਿੱਚ ਕੁਐਸਚਨ ਦਾ ਆਨਸਰ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਵਿੱਚੋਂ ਨੈਕਸਟ ਸੈਕਿੰਡ ਲਾਸਟ ਕੁਐਸਚਨ ਹੈ ਕਿ ਚਿੱਤਰ ਵਿੱਚ ਵਿਖਾਈ ਗਈ ਕਿਰਿਆ ਵਿੱਚ ਇੱਕ ਪਾਈਪ ਦੇ ਇੱਕ ਪਾਸੇ ਰਬੜ ਦੀ ਸ਼ੀਟ ਬੰਨ ਕੇ ਪਾਣੀ ਨਾਲ ਭਰਿਆ ਗਿਆ ਹੈ। ਜੇਕਰ ਪਾਣੀ ਦੀ ਕਾਲਮ ਦੀ ਉਚਾਈ ਨੂੰ ਵਧਾ ਦਿੱਤਾ ਜਾਵੇ, ਬੱਚੋ ਜਦੋਂ ਪਾਣੀ ਦੀ ਕਾਲਮ ਦੀ ਉਚਾਈ ਵਧਾਵਾਂਗੇ ਤਾਂ ਰਬੜ ਦਾ ਗੁਬਾਰਾ ਜਿਹੜਾ ਹੈ ਉਹਦੇ ਵਿੱਚ ਫਲਾਵਟ ਆਏਗੀ ਕਿਉਂਕਿ ਡੈਪਥ ਦੇ ਨਾਲ ਪ੍ਰੈਸ਼ਰ ਜਿਹੜਾ ਵੱਧਦਾ ਹੈ ਤੇ ਗੁਬਾਰਾ ਜਿਹੜਾ ਹੈਗਾ ਉਹਦਾ ਇਹਦੇ ਵਿੱਚ ਆਕਾਰ ਜਿਹੜਾ ਹੈ ਉਹਦੇ ਵਿੱਚ ਵਾਧਾ ਹੋ ਜਾਵੇਗਾ ਕਿਉਂਕਿ ਜਿੱਦਾਂ ਜਿੱਦਾਂ ਆਪਾਂ ਡੂੰਘਾਈ 'ਚ ਜਾਂਦੇ ਹਾਂ ਉਸ ਤਰ੍ਹਾਂ ਯਾਨੀ ਕਿ ਪਾਣੀ ਹੋਰ ਪਾਇਆ ਤੇ ਡੂੰਘਾਈ ਵੱਧ ਗਈ, ਠੀਕ ਹੈ, ਜਿਸ ਨਾਲ ਕੀ ਹੈ ਪ੍ਰੈਸ਼ਰ ਜਿਹੜਾ ਆ ਉਹ ਜ਼ਿਆਦਾ ਹੋ ਜਾਏਗਾ, ਯਾਨੀ ਕਿ ਦਬਾਅ ਜਿਹੜਾ ਉਹ ਵੀ ਵੱਧ ਜਾਵੇਗਾ। ਓਕੇ, ਸੋ देयर विल बी इंक्रीज इन pressure due to increase in the pressure on the rubber the rubber sheet will blows, ਠੀਕ ਹੈ, ਉਹ ਫੁੱਲ ਜਾਵੇਗੀ। ਲਾਸਟ ਕੁਐਸਚਨ ਹੈ ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ। ਬੱਚੋ ਸ਼ੋਰ ਕੀ ਹੈ, ਇੱਕ ਚੰਗੀ ਸੁਣਨ ਵਾਲੀ ਧੁਨੀ ਨਹੀਂ ਹੁੰਦੀ, ਬਟ ਸੰਗੀਤ ਜਿਹੜਾ ਉਹ ਚੰਗੀ ਲੱਗਣ ਵਾਲੀ ਧੁਨੀ ਹੈ। ਇਹ ਤਕਲੀਫਦਾਇਕ ਹੁੰਦੀ ਹੈ, ਸੁਖਦਾਇਕ ਹੁੰਦੀ ਹੈ। ਇਸ ਨਾਲ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਸਿਹਤ ਸਮੱਸਿਆਵਾਂ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਓਕੇ, ਕੀ ਕਦੇ ਸੰਗੀਤ ਸ਼ੋਰ ਬਣ ਜਾਂਦੇ ਹਨ? ਯੈਸ, ਉਹ ਅਵਸਥਾ ਵਿੱਚ ਬਣੂਗਾ ਬੱਚੋ ਜਦੋਂ ਸੰਗੀਤ ਜਿਹੜਾ ਬਹੁਤ ਉੱਚਾ ਹੋ ਜਾਂਦਾ, ਜਿਹਦੇ ਨਾਲ DJ ਵਗੈਰਾ, ਠੀਕ ਹੈ, ਤਾਂ ਉਸ ਨਾਲ ਤੀਬਰਤਾ ਜਿਹੜੀ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ। ਸੋ ਇਹ ਬੱਚੋ ਇੰਗਲਿਸ਼ ਮੀਡੀਅਮ ਦੇ ਵਿੱਚ ਇਹਦਾ ਆਨਸਰ ਹੈ। ਸੋ ਇਹ ਸੀਗਾ ਬੱਚੋ ਸੈਂਪਲ ਪੇਪਰ। ਇਸ ਦੇ ਵਿੱਚ ਇੰਪੋਰਟੈਂਟ ਕੁਐਸਚਨ ਹਨ, ਕੁਝ ਇੰਪੋਰਟੈਂਟ ਕੁਐਸਚਨ ਇੱਦਾਂ ਦੇ ਹਨ ਜੋ ਕਿ ਹਰ ਸਾਲ ਹੀ ਰਿਪੀਟ ਹੁੰਦੇ ਹਨ। ਇਹਨਾਂ ਕੁਐਸਚਨਸ ਨੂੰ ਸਾਰੇ ਵਿਦਿਆਰਥੀਆਂ ਨੇ ਕਰ ਲੈਣਾ ਹੈ। ਥੈਂਕ ਯੂ ਵੈਰੀ ਮਚ।
ਅਗਲਾ ਵਿੱਚੋਂ ਸੈਂਪਲ ਪੇਪਰ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੋਂ ਡਿਫਰੈਂਟ ਇੱਦਾਂ ਸੈਂਪਲ ਪੇਪਰ ਤੁਹਾਨੂੰ ਕਰਵਾ ਦੇਣੇ ਨੇ ਤਾਂ ਕਿ ਤਿਆਰੀ ਤੁਹਾਡੀ ਪ੍ਰੋਪਰ ਤਰੀਕੇ ਨਾਲ ਹੋ ਜਾਵੇ। ਇਹਨਾਂ ਸਾਰੇ ਕੁਐਸਚਨਸ ਨੂੰ ਤੁਸੀਂ ਹੁਣ ਨੋਟ ਡਾਊਨ ਕਰ ਲੈਣਾ ਹੈ। ਥੈਂਕ ਯੂ ਵੈਰੀ ਮਚ, ਬਾਏ ਬਾਏ। ਇਸੇ ਤਰ੍ਹਾਂ ਹੀ ਵਿਦਿਆਰਥੀਓ ਅਸੀਂ ਮੈਥਸ ਦੇ ਵੀ ਸੈਂਪਲ ਪੇਪਰ ਜਿਹੜੇ ਆ ਉਹ ਡਿਸਕਸ ਕਰਨ ਜਾ ਰਹੇ ਹਾਂ। ਠੀਕ ਹੈ, ਤਾਂ ਮੈਥਸ ਦੇ ਪੇਪਰ ਦੇ ਵੀ ਸੈਂਪਲ ਪੇਪਰ ਜਿਹੜੇ ਨੇ ਫਾਈਨਲ ਪੇਪਰ ਕਿੱਦਾਂ ਦਾ ਆਉਣਾ ਹੈ ਉਹ ਵੀ ਤੁਹਾਡੇ ਨਾਲ ਜਲਦ ਹੀ ਸ਼ੇਅਰ ਕੀਤਾ ਜਾਊਗਾ। ਥੈਂਕ ਯੂ ਜੀ।